ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ, ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਆਪਣੇ ਗੁਰੂ ਨਾਨਕ ਦੇਵ ਜੀ ਦੀ ਪੜ੍ਹਾਈ ਦੇ ਬਾਰੇ ਜੋ ਸਾਖੀ ਹੈ ਉਸ ਨੂੰ ਆਪਾਂ ਸਰਵਣ ਕਰਦੇ ਹਾਂ ਕਿ ਜਦ ਗੁਰੂ ਨਾਨਕ ਦੇਵ ਜੀ ਦੀ ਉਮਰ 6 ਸਾਲਾਂ ਦੀ ਹੋਈ ਤਾਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਨੇ ਬਾਲਾ ਪ੍ਰੀਤਮ ਨੂੰ ਪਾਂਦੇ ਕੋਲ ਪੜ੍ਹਨੇ ਪਾਇਆ। ਪਾਂਦੇ ਦਾ ਨਾਮ ਗੋਪਾਲ ਦਾਸ ਸੀ, ਜੋ ਕਿ ਸੰਸਕ੍ਰਿਤ, ਹਿੰਦੀ ਤੇ ਪੰਜਾਬੀ ਦੇ ਚੰਗੇ ਵਿਦਵਾਨ ਸੀ। ਗੁਰੂ ਜੀ ਬੜੇ ਚਾਅ ਨਾਲ ਪੜ੍ਹਦੇ ਅਤੇ ਕੁਝ ਸਮੇਂ ਵਿੱਚ ਹੀ ਉਹਨਾਂ ਨੇ ਸਭ ਕੁਝ ਸਿੱਖ ਲਿਆ, ਜਿਹੜਾ ਕੁਝ ਵੀ ਉਸ ਪਾਂਦੇ ਨੂੰ ਆਂਦਾ ਸੀ। ਪੰਡਿਤ ਆਪਣੇ ਸਿੱਸ਼ਯ ਦੀ ਇਸ ਅਨੋਖੀ ਕਾਬਲੀਅਤ ਨੂੰ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਅੱਜ ਤੱਕ ਐਸਾ ਕੋਈ ਵੀ ਸਿੱਸ਼ਯ ਨਹੀਂ ਸੀ ਹੋਇਆ ਜਿਸ ਨੇ ਇੰਨੀ ਜਲਦੀ ਹੀ ਸਭ ਕੁਝ ਸਿੱਖ ਲਿਆ ਹੋਵੇ। ਪਾਂਦਾ ਗੋਪਾਲ ਦਾਸ ਬੜਾ ਹੈਰਾਨ ਸੀ ਕਿ ਉਹ ਜੋ ਵੀ ਕੁਝ ਬਾਲਾ ਪ੍ਰੀਤਮ ਨੂੰ ਸਿਖਾਉਂਦਾ ਉਹ ਬੜੀ ਜਲਦੀ ਹੀ ਤੇ ਬਹੁਤ ਚੰਗੀ ਤਰ੍ਹਾਂ ਸਮਝ ਤੇ ਸਿੱਖ ਲੈਂਦਾ ਸੀ। ਪਰ ਪਾਂਦੇ ਨੇ ਹਜੇ ਤੱਕ ਗੁਰੂ ਜੀ ਦਾ ਅਸਲੀ ਰੂਪ ਨਹੀਂ ਸੀ ਵੇਖਿਆ। ਇੱਕ ਦਿਨ ਪਾਂਦੇ ਨੇ ਵੇਖਿਆ ਕਿ ਗੁਰੂ ਜੀ ਆਪਣੀ ਪੱਟੀ ਤੇ ਕੁਝ ਲਿਖ ਰਹੇ ਸਨ ਤੇ ਲਿਖਣ ਵਿੱਚ ਇੰਨੇ ਮਗਨ ਹੋ ਗਏ ਸਨ ਕਿ ਉਹ ਬਾਹਰਲੀ ਦੁਨੀਆ ਨੂੰ ਬਿਲਕੁਲ ਭੁੱਲ ਚੁੱਕੇ ਸੀ। ਪਾਂਦਾ ਬੜਾ ਚਿਰ ਬਾਲਾ ਪ੍ਰੀਤਮ ਨੂੰ ਵੇਖਦਾ ਰਿਹਾ ਕਿ ਕਦ ਉਹ ਪੱਟੀ ਪੂਰੀ ਕਰਕੇ ਮੈਨੂੰ ਵਿਖਾਉਂਦਾ ਹੈ। ਉਹ ਇਸ ਗੱਲ ਲਈ ਉਤਸੁਕ ਵੀ ਸੀ ਕਿ ਉਸ ਦਾ ਜੋ ਸ਼ਿਸ਼ਯ ਹੈ ਬਾਲਾ ਪ੍ਰੀਤਮ, ਉਹ ਇੰਨੇ ਮਗਨ ਹੋ ਕੇ ਕੀ ਲਿਖ ਰਿਹਾ ਹੈ। ਜਦ ਗੁਰੂ ਜੀ ਨੇ ਪੱਟੀ ਲਿਖ ਲਈ ਤਾਂ ਉਹ ਚੁੱਪਚਾਪ ਆਪਣੀ ਹੀ ਮਸਤੀ ਵਿੱਚ ਉਸ ਨੂੰ ਪੜ੍ਹ ਰਿਹਾ ਸੀ ਤੇ ਗਾ ਵੀ ਰਿਹਾ ਸੀ, ਆਪਣੇ ਆਪ ਦੇ ਵਿੱਚ ਹੀ ਮਗਨ ਸੀ। ਜਦ ਕਾਫੀ ਸਮੇਂ ਤੱਕ ਉਹ ਪਾਂਦੇ ਪਾਸ ਨਾ ਆਇਆ ਤਾਂ ਪਾਂਦਾ ਆਪ ਹੀ ਉੱਠ ਕੇ ਗੁਰੂ ਜੀ ਪਾਸ ਗਏ ਅਤੇ ਪੱਟੀ ਵਿਖਾਉਣ ਵਾਸਤੇ ਕਿਹਾ। ਗੁਰੂ ਜੀ ਨੇ ਪੱਟੀ ਉਹਨਾਂ ਨੂੰ ਫੜਾ ਦਿੱਤੀ। ਪਾਂਦਾ ਪੱਟੀ ਵੇਖ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ। ਉਸ ਪੱਟੀ ਉੱਤੇ ਕੋਈ ਵੀ ਇਬਾਰਤ ਐਸੀ ਨਹੀਂ ਸੀ ਜਿਹੜੀ ਕਿ ਉਸ ਨੂੰ ਆਪਣੇ ਸਿੱਸਿਆਂ ਨੂੰ ਸਿਖਾਈ ਹੋਵੇ। ਉਸ ਪੱਟੀ ਉੱਤੇ ਬਾਰੀਕ ਕਲਮ ਨਾਲ ਛੰਦਾਬੰਦੀ ਵਿੱਚ ਬਹੁਤ ਕੁਝ ਲਿਖਿਆ ਹੋਇਆ ਸੀ। ਪਾਂਦਾ ਪੜ੍ਹਦਾ ਪੜ੍ਹਦਾ ਸਰੂਰ ਵਿੱਚ ਆ ਗਿਆ। ਸਾਰੀ ਪੱਟੀ ਉੱਤੇ ਸਿਹਰਫੀ ਵਾਂਗ ਪੰਜਾਬੀ ਦੇ 35 ਅੱਖਰਾਂ ਅਨੁਸਾਰ 35 ਅੱਖਰੀ ਲਿਖੀ ਹੋਈ ਸੀ। ਹਰ ਅੱਖਰ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜਨ ਦਾ ਮਾਰਗ ਦਰਸ਼ਨ ਕਰਦਾ ਸੀ। ਪੱਟੀ ਪੜ੍ਹ ਕੇ ਪਾਂਦੇ ਨੇ ਗੁਰੂ ਜੀ ਨੂੰ ਕਿਹਾ, ਇਹ ਸੱਚ ਹੈ ਕਿ ਪ੍ਰਭੂ ਭਗਤੀ, ਨਾਮ ਸਿਮਰਨ, ਪਰਮਾਤਮਾ ਦੇ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ, ਪਰ ਇਸ ਸੰਸਾਰ ਵਿੱਚ ਸੁਖੀ ਜੀਵਨ ਬਤੀਤ ਕਰਨ ਲਈ ਦੁਨਿਆਵੀ ਵਿਦਿਆ ਵੀ ਜ਼ਰੂਰੀ ਹੈ, ਤਾਂ ਕਿ ਤੁਸੀਂ ਖੱਤਰੀ ਪੁੱਤਰ ਆਪਣੇ ਪਿਤਾ ਜੀ ਵਾਂਗ ਕੋਈ ਆਦਰਯੋਗ ਕੰਮ ਕਰ ਸਕੋ। ਗੁਰੂ ਜੀ ਨੇ ਪਾਂਦੇ ਦੀ ਗੱਲ ਸੁਣ ਕੇ ਕਿਹਾ, ਇਹ ਗੱਲ ਠੀਕ ਹੈ ਕਿ ਇਸ ਦੁਨੀਆ ਵਿੱਚ ਦੁਨੀਆਦਾਰ ਬਣਨ ਵਾਸਤੇ ਪੜ੍ਹਾਈ ਜ਼ਰੂਰੀ ਹੈ, ਕੰਮਕਾਰ ਕਰਨ ਵਾਸਤੇ ਪੜ੍ਹਾਈ ਜ਼ਰੂਰੀ ਹੈ, ਪਰ ਸਾਡੇ ਪਰਲੋਕ ਦੇ ਜੀਵਨ ਦਾ ਕੀ ਬਣੇਗਾ, ਪਰ ਸਾਡੇ ਅਗਲੇ ਜੀਵਨ ਦਾ ਕੀ ਬਣੇਗਾ, ਉੱਥੇ ਜਾ ਕੇ ਵੀ ਤਾਂ ਸਾਨੂੰ ਲੇਖਾ ਜੋਖਾ ਦੇਣਾ ਪੈਣਾ ਹੈ। ਇਸ ਲਈ ਜਦ ਤੱਕ ਅਸੀਂ ਪ੍ਰਭੂ ਦਾ ਸਿਮਰਨ ਨਹੀਂ ਕਰਦੇ, ਪ੍ਰਭੂ ਦੇ ਨਾਮ ਦੇ ਨਾਲ ਨਹੀਂ ਜੁੜਦੇ, ਉਸ ਦੇ ਹੁਕਮ ਅਨੁਸਾਰ ਨਹੀਂ ਚੱਲਦੇ, ਉਸ ਦੇ ਨਿਯਮਾਂ ਦੇ ਵਿੱਚ ਨਹੀਂ ਚੱਲਦੇ, ਉਸ ਦਾ ਨਾਮ ਸਿਮਰਨ ਨਹੀਂ ਕਰਦੇ, ਤਦ ਤੱਕ ਅਸੀਂ ਲੋਕ ਪਰਲੋਕ ਵਿੱਚ ਖੁਸ਼ ਨਹੀਂ ਹੋ ਸਕਦੇ।
ਇਸ ਕਰਕੇ ਸਾਨੂੰ ਕੇਵਲ ਇਸ ਦੁਨੀਆ ਦਾ ਗਿਆਨ ਪ੍ਰਾਪਤ ਕਰਨ ਦੇ ਨਾਲ ਅਗਲੀ ਦੁਨੀਆ ਦਾ ਵੀ ਗਿਆਨ ਰੱਖਣਾ ਹੈ। ਇਸ ਲਈ ਉਹ ਸਿੱਖਿਆ ਵੀ ਦੇਵੋ ਜਿਹੜੀ ਅਗਲੀ ਦੁਨੀਆ ਵਿੱਚ ਕੰਮ ਆਵੇ। ਪੰਡਿਤ ਹੈਰਾਨ ਪਰੇਸ਼ਾਨ ਗੁਰੂ ਜੀ ਵੱਲ ਦੇਖਦਾ ਰਿਹਾ ਔਰ ਉਸ ਨੂੰ ਗੁਰੂ ਜੀ ਸਮਝਾਉਂਦੇ ਰਹੇ। ਇਸ ਤਰੀਕੇ ਗੁਰੂ ਜੀ ਨੇ ਪਾਂਧੇ ਨੂੰ ਉਪਦੇਸ਼ ਦਿੱਤਾ। ਗੁਰੂ ਜੀ ਨੇ ਪਾਂਧੇ ਨੂੰ ਪੜ੍ਹਾ ਦਿੱਤਾ। ਪਾਂਧਾ ਵੀ ਇਹ ਸਭ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਇਆ ਔਰ ਉਸ ਤੋਂ ਬਾਅਦ ਉਹ ਮਹਿਤਾ ਕਾਲੂ ਜੀ ਕੋਲ ਗਿਆ ਕਿ ਇਹ ਤਾਂ ਇਸ ਦੁਨੀਆ ਵਿੱਚ ਦੀ ਜੋ ਲਿਖਾਈ ਪੜ੍ਹਾਈ ਸੀ ਉਹ ਪੂਰੀ ਕਰ ਚੁੱਕਿਆ ਹੈ ਅਤੇ ਅਧਿਆਤਮਿਕਤਾ ਦੀ ਯਾਨੀ ਕਿ ਅਗਲੀ ਦੁਨੀਆ ਦੀ ਪੜ੍ਹਾਈ ਇਸ ਨੂੰ ਆਪਣੇ ਆਪ ਹੀ ਆਉਂਦੀ ਹੈ। ਇਹ ਗੁਰੂ ਘਰੋਂ ਪਹਿਲਾਂ ਹੀ ਸਭ ਕੁਝ ਸਿੱਖ ਕੇ ਆਇਆ ਹੈ। ਇਸ ਨੂੰ ਕੁਝ ਵੀ ਪੜ੍ਹਾਉਣ ਦੀ ਜ਼ਰੂਰਤ ਨਹੀਂ ਹੈ। ਇਹ ਤਾਂ ਸਭ ਨੂੰ ਪੜ੍ਹਾਉਣ ਵਾਸਤੇ ਆਇਆ ਹੈ, ਸਭ ਨੂੰ ਸਿੱਧੇ ਰਸਤੇ 'ਤੇ ਪਾਉਣ ਵਾਸਤੇ ਆਇਆ ਹੈ, ਸਭ ਨੂੰ ਪਰਮਾਤਮਾ ਦੇ ਨਾਲ ਜੋੜਨ ਵਾਸਤੇ ਆਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।